मुठा मीट के नुकरे हाँ बैठी, टुटी हुई सतार रबाबियां दी, पुछी बात ना जिन्हां ने शर्फ मेरी, वे मैं बोली हाँ उन्हां पंजाबियां दी। ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਇਕੱਲਾ ਇਹੀ ਨਹੀਂ ਕਿ ਹਿੰਦੂ ਮੁਨਕਰ ਹੋਇਆ ਹੈ, ਸਿੱਖ ਨੇ ਕਿਵੇਂ 1950 ਤੋਂ ਹੀ ਜਿਹੜੀ ਸਟਰਗਲ ਸ਼ੁਰੂ ਹੋ ਜਾਂਦੀ ਹੈ, 16-17 ਸਾਲ ਸਟਰਗਲ ਕੀਤੀ ਪੰਜਾਬੀ ਸੂਬਾ ਬਣਾਉਣ ਦੇ ਲਈ। 60,000 ਤੋਂ ਜ਼ਿਆਦਾ ਸਿੱਖ ਜੇਲ੍ਹਾਂ 'ਚ ਗਏ, ਦਰਜਨਾਂ ਸ਼ਹੀਦ ਹੋਏ, ਕਿੰਨਿਆਂ ਦੀਆਂ ਪ੍ਰਾਪਰਟੀਆਂ ਕੁਰਕ ਹੋਈਆਂ। ਜਦੋਂ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬੇ ਦੀ ਮੰਗ ਹੁੰਦੀ ਸੀ ਤੇ ਅੱਗੋਂ ਜਵਾਬ ਮਿਲਦਾ ਸੀ ਇਹ ਤੋਂ ਗੰਵਾਰੋਂ ਕੀ ਭਾਸ਼ਾ ਹੈ। ਈਵਨ ਉਸ ਸੂਬੇ 'ਚ ਵੀ ਪੰਜਾਬੀ ਨੂੰ ਸਟੇਟ ਲੈਂਗੁਏਜ ਬਣਾਉਣ ਦੇ ਲਈ ਫਿਰ ਦੂਜੀ ਲੜਾਈ ਲੜਨੀ ਪਈ, ਕਿਉਂਕਿ ਜਿਹੜੇ ਸਾਰੇ ਆਰੀਆ ਸਮਾਜੀਆਂ ਦੇ DAV ਕਾਲਜ ਸੀ ਅੰਮ੍ਰਿਤਸਰ ਜਲੰਧਰ ਜ਼ਿਲ੍ਹਿਆਂ ਦੇ, ਉਹਨਾਂ ਨੇ ਕਿਹਾ ਜੀ ਸਾਡੇ ਪ੍ਰਾਈਵੇਟ ਕਾਲਜ ਨੇ ਔਰ ਦੂਸਰੇ ਅਸੀਂ ਪੰਜਾਬੀ ਨਹੀਂ ਹੋਣ ਦੇਣੀ। ਉਹ ਵੀ ਜਾ ਕੇ ਅਦਾਲਤਾਂ 'ਚੋਂ ਹੀ ਫੈਸਲਾ ਹੋਇਆ। ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ, ਗੋਦੀ ਜਿਹਦੇ 'ਚ ਪਲ ਕੇ ਜਵਾਨ ਹੋਇਓ ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਾਸੀਆਂ ਦੀ ਮਾਂ ਬੋਲੀ ਜ਼ੁਬਾਨ ਪੰਜਾਬੀ ਹੈ ਔਰ ਮਾਖਿਓ ਮਿੱਠੀ ਪੰਜਾਬੀ ਜ਼ੁਬਾਨ ਦਾ ਵਿਰਸਾ ਬੜਾ ਅਮੀਰ ਹੈ। ਅਫਸੋਸ 47 ਦੀ ਪੰਜਾਬ ਵੰਡ ਨੇ ਜਿੱਥੇ ਪੰਜਾਬੀਆਂ ਨੂੰ ਲਹੂ ਲੁਹਾਨ ਕੀਤਾ, ਉੱਥੇ ਲਹਿੰਦੇ ਪੰਜਾਬ ਵਾਲਿਆਂ ਨੇ ਮਾਂ ਬੋਲੀ ਪੰਜਾਬੀ ਤੋਂ ਕਿਨਾਰਾ ਕਰਕੇ ਉਰਦੂ ਦੀ ਸ਼ਰਨ ਲਈ। ਜਦੋਂ ਕਿ ਭਾਰਤੀ ਕਬਜ਼ੇ ਹੇਠ ਆਏ ਪੰਜਾਬ ਦੇ ਹਿੰਦੂ ਆਪਣੀ ਮਾਂ ਬੋਲੀ ਪੰਜਾਬੀ ਤੋਂ ਹੀ ਇਨਕਾਰੀ ਹੋ ਗਏ। ਸੋ ਨਤੀਜੇ ਵਜੋਂ ਸਿੱਖ ਕੌਮ ਨੇ ਆਪਣੇ ਦਮ ਤੇ ਪੰਜਾਬੀ ਸੂਬਾ ਲੈਣ ਦੀ ਲੜਾਈ ਜਿਹੜੀ ਹੈ ਉਹਨਾਂ ਨੂੰ ਲੜਨੀ ਪਈ। ਸੋ ਪਰ ਅੱਜ ਅਸੀਂ ਕਿੱਥੇ ਖੜੇ ਹਾਂ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਮਾਂ ਬੋਲੀ ਦਿਵਸ, ਕੌਮਾਂਤਰੀ ਮਾਂ ਬੋਲੀ ਦਿਵਸ UN ਵੱਲੋਂ ਐਲਾਨਿਆ ਹੋਇਆ, ਉਸ ਦਾ ਜ਼ਿਕਰ ਹੋ ਰਿਹਾ। ਅੱਛਾ। ਤੇ ਪੰਜਾਬੀ ਮਾਂ ਬੋਲੀ ਦਾ ਵੇਰਵੇ ਨਾਲ ਜ਼ਿਕਰ ਕਰਨ ਤੋਂ ਪਹਿਲਾਂ ਜੇ ਪੰਜਾਬੀ ਸ਼ਾਇਰੀ ਦਾ ਜ਼ਿਕਰ ਨਾ ਹੋਏ, ਕਿਉਂਕਿ ਜਿੰਨਾ ਅਮੀਰ ਪੰਜਾਬੀ ਜ਼ਬਾਨ ਨੂੰ ਇਹਨਾਂ 10-11 ਸਦੀਆਂ ਦੇ ਵਿੱਚ ਜੇ ਅਸੀਂ ਈਵਨ ਜੋਗ ਮੱਤ ਤੋਂ ਸ਼ੁਰੂ ਕਰ ਲਈਏ ਤੇ ਉਸ ਦੇ ਵਿੱਚ ਵੀ ਸਾਨੂੰ ਪੰਜਾਬੀ ਜ਼ਬਾਨ ਦੇ ਵਿੱਚ ਕੁਛ ਨਾ ਕੁਛ ਮਿਲਦਾ ਹੈ। ਪਰ ਬਾਬਾ ਫਰੀਦ ਗੰਜ ਸ਼ੱਕਰ, ਜਿਨ੍ਹਾਂ ਦੀ ਮਿੱਠੀ ਮਾਖਿਓਂ ਤੋਂ ਵੀ ਮਿੱਠੀ ਜ਼ਬਾਨ ਕੱਲੀ ਰੂਹਾਨੀਅਤ ਦੀਆਂ ਤਾਂ ਉਹ ਉਚਾਈਆਂ ਨੂੰ ਛੂਹਣ ਹੀ ਵਾਲੀ ਹੈ, ਲੇਕਿਨ ਉਸ ਨੇ ਕਿਵੇਂ, ਔਰ ਬਾਬਾ ਫਰੀਦ ਗੰਜ ਸ਼ੱਕਰ ਗੁਰੂ ਨਾਨਕ ਸਾਹਿਬ ਤੋਂ ਵੀ ਲਗਭਗ 350 ਸਾਲ ਪਹਿਲਾਂ ਹੁੰਦੇ ਨੇ, ਔਰ ਜਿਵੇਂ ਉਹਨਾਂ ਦੇ ਇੱਕ ਲਫ਼ਜ਼, ਔਰ ਅੱਜ ਵੀ ਜਿਹੜਾ ਕਿਉਂਕਿ ਪਾਕ ਪਤਨ ਨਾਲ ਉਹਨਾਂ ਦਾ ਸੰਬੰਧ ਸੀ, ਉੱਥੇ ਬੈਠਿਆਂ ਜਿਹੜਾ ਉਹਨਾਂ ਨੇ ਬਾਣੀ ਉਚਾਰੀ ਗੁਰੂ ਨਾਨਕ ਸਾਹਿਬ ਖੁਦ ਲੈ ਕੇ ਆਏ। ਔਰ ਜਦੋਂ ਅਸੀਂ ਉਹਨਾਂ ਦੇ ਸ਼ਲੋਕ ਅੱਜ ਵੀ ਪੜ੍ਹਦੇ ਹਾਂ, ਉਹਨਾਂ ਨੂੰ ਗਾਇਨ ਕਰਦੇ ਨੇ ਸਾਡੇ ਕੀਰਤਨੀ ਸਿੰਘ, ਤੇ ਇਵੇਂ ਲੱਗਦਾ ਰੂਹ ਦੇ ਅੰਦਰ ਤਾਂ ਇੱਕ ਸਕੂਨ ਹੁੰਦਾ ਹੀ ਹੈ, ਪਰ ਤੁਹਾਨੂੰ ਇਵੇਂ ਲੱਗਦਾ ਵੀ ਜਿਵੇਂ ਕੰਨਾਂ ਦੇ ਵਿੱਚ ਕੋਈ ਰਸ ਘੋਲ ਰਿਹਾ, ਤੁਹਾਡੇ ਅੰਦਰ ਸਵਾਦ ਭਰ ਰਿਹਾ ਜਦੋਂ ਤੁਸੀਂ ਇਹ ਪੜ੍ਹਦੇ ਹੋ ਕਿ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਹੁਣ ਤੁਸੀਂ ਇੱਕਦਮ ਆਪਣੀ ਉਸ ਧਰਤੀ ਦੇ ਨਾਲ ਵੀ ਜਿੱਥੇ ਬੋਲੀ ਦੇ ਲਫ਼ਜ਼ ਨੇ, ਉੱਥੇ 800 ਸਾਲ ਪਹਿਲਾਂ ਕਿਸ ਕਿਸਮ ਦਾ ਜਿਹੜੀ ਆ ਮਿੱਠੇ ਦੀਆਂ ਚੀਜ਼ਾਂ ਸੀ ਅਵੇਲੇਬਲ। ਤੁਸੀਂ ਹੁਣ ਅੱਜ ਤੁਸੀਂ ਬੱਚਿਆਂ ਨੂੰ ਸਮਝਾਓ ਵੀ ਨਵਾਤ ਮਿਸ਼ਰੀ ਹੁੰਦੀ ਹੈ, ਮਿਸ਼ਰੀ ਕਿਹਨੂੰ ਕਹਿੰਦੇ ਨੇ। ਹੁਣ ਇਹ ਵੀ ਬੋਲੀ ਦੇ ਵਿੱਚ, ਕਿਉਂਕਿ ਬੋਲੀ ਨੇ ਜਿਹੜੀਆਂ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਉਹਨਾਂ ਲਈ ਵੀ ਲਫ਼ਜ਼ ਘੜੇ ਹੁੰਦੇ ਨੇ, ਔਰ ਹਾਲਾਤ ਸਾਡੇ ਕਿਵੇਂ ਬਣਦੇ ਚਲੇ ਗਏ। ਪੰਜਾਬੀ ਜ਼ਬਾਨ ਨੂੰ ਕਿਵੇਂ 19th ਸੈਂਚੁਰੀ ਦੇ ਦੂਸਰੇ, ਹਿੰਦੀ ਨਾਂ ਦੀ ਕੋਈ ਜ਼ਬਾਨ 19ਵੀਂ ਸਦੀ ਦੇ ਦੂਸਰੇ ਹਿੱਸੇ ਤੱਕ ਐਗਜ਼ਿਸਟ ਨਹੀਂ ਸੀ ਕਰਦੀ। ਉਰਦੂ ਜ਼ਬਾਨ ਦਾ ਓਰੀਜਨ ਵੀ, ਜਦੋਂ ਅਸੀਂ ਇਸ ਨੂੰ, ਜੇ ਤੁਸੀਂ ਉਰਦੂ ਦਾ ਡਿਕਸ਼ਨਰੀ ਮਤਲਬ ਦੇਖੋਗੇ ਤਾਂ ਲੈਂਗੁਏਜ ਆਫ ਦਾ ਟਰੂਪਸ, ਔਰ ਅਮੀਰ ਖੁਸਰੋ ਦੇ ਨਾਲ ਤੁਸੀਂ ਜੋੜਦੇ ਹੋ ਜ਼ਰੂਰ, ਲੇਕਿਨ ਉਸ ਦਾ ਇਹ ਵੀ ਲੈਂਗੁਏਜ ਆਫ ਦਾ ਟਰੂਪਸ ਤੁਰਕ ਆਏ, ਔਰ ਜਿਹੜੀ ਤੁਰਕੀ ਜ਼ਬਾਨ ਔਰ ਲੋਕਲ ਹਿੰਦੀ ਜ਼ਬਾਨ 'ਚੋਂ ਜਿਹੜੀ
ਕਮਿਊਨੀਕੇਸ਼ਨ ਦੀ ਦਿੱਲੀ 'ਚ ਅੱਜ ਵੀ ਉਰਦੂ ਬਾਜ਼ਾਰ ਹੈ। ਹੁਣ ਉਰਦੂ ਕੋਈ ਜ਼ਬਾਨ ਦੇ ਆਧਾਰ ਤੇ ਨਹੀਂ, ਉਹ ਲਸ਼ਕਰ ਸੀ, ਉਹਦੇ ਨਾਲ ਹੀ ਲਸ਼ਕਰ ਸੀ ਜਿੱਥੇ ਰੁਕਿਆ ਹੋਇਆ ਹੈ ਉਹਨਾਂ ਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰ ਜ਼ਬਾਨ ਦੀ ਆਪਣੀ ਖੂਬਸੂਰਤੀ ਹੈ ਔਰ ਉਹ ਡਿਵੈਲਪ ਹੋਈ ਸਕ੍ਰਿਪਟ ਉਰਦੂ ਦੇ ਕੋਲ ਉਹੀ ਹੈ ਜੋ ਅਰਬੀ ਫਾਰਸੀ ਦੀ ਹੈ, ਔਰ ਉਹਨਾਂ ਨੇ ਇੱਕ ਚਲੰਤ ਡਾਇਲੌਗ ਡਿਵੈਲਪ ਕੀਤਾ। ਲੇਕਿਨ ਜਦੋਂ ਅੰਗਰੇਜ਼ਾਂ ਨੇ ਉਸ ਖਿੱਤੇ ਦੇ ਵਿੱਚ ਡਿਵਾਈਡ ਐਂਡ ਰੂਲ ਦੀ ਲਾਈਨ ਲਈ, ਉਹਨਾਂ ਨੇ ਸਿੰਧ ਦੇ ਵਿੱਚ, ਬੰਗਾਲ ਦੇ ਵਿੱਚ ਤਾਂ ਮੁੱਢਲੀ ਜਿਹੜੀ ਮਾਂ ਬੋਲੀ ਸਿੰਧੀ ਸੀ, ਬੰਗਲਾ ਸੀ, ਉਹਦੇ 'ਚ ਹੀ ਤਾਲੀਮ ਦੇਣ ਦੀ ਗੱਲ ਕੀਤੀ। ਲੇਕਿਨ ਇੱਥੇ ਉਹਨਾਂ ਨੇ ਜਿਸ ਇੱਕ ਪਾਸੇ ਉਹਨਾਂ ਨੇ ਜਿਹੜਾ ਪੰਜਾਬ ਪ੍ਰੋਵਿੰਸ ਸੀ ਉਹਦੇ 'ਚ ਉਰਦੂ ਨੂੰ ਲਿਆਂਦਾ ਐਜ਼ ਏ ਵਰਕਿੰਗ ਆਫੀਸ਼ੀਅਲ ਲੈਂਗੁਏਜ, ਪਰ ਇਨ ਦਾ ਮੀਨ ਟਾਈਮ ਹਿੰਦੂਆਂ ਨੂੰ ਖੜਾ ਕਿ ਔਰ ਇਹ ਸਾਰੇ ਹਿੰਦੀ ਦੇ ਅੱਡ ਡਾਇਲੈਕਟ ਸੀ। ਅਵਧ ਅੱਜ ਦੇ ਲਖਨਊ ਨੂੰ ਕਹਿੰਦੇ ਨੇ, ਬ੍ਰਜ ਭਾਸ਼ਾ ਜਿਹਦੇ 'ਚ ਬਹੁਤ ਸਾਰਾ ਹਿੰਦੀ ਲਿਟਰੇਚਰ, ਇਸੇ ਤਰ੍ਹਾਂ ਭੋਜਪੁਰੀ ਜਿਹੜੀ ਵੈਸਟਰਨ ਈਸਟਰਨ ਯੂਪੀ ਔਰ ਬਿਹਾਰ ਦੀ ਜ਼ਬਾਨ ਹੈ, ਔਰ ਇਹ ਜਿਹੜੇ ਸਾਰੇ ਹੀ ਉਹ ਅਵਧੀ ਹੋਏ, ਬ੍ਰਜ ਭਾਸ਼ਾ ਹੋਏ, ਉਹ ਮੇਵਾੜੀ ਹੋਏ, ਭੋਜਪੁਰੀ ਹੋਏ, ਉਹਨਾਂ ਸਾਰਿਆਂ ਨੂੰ ਬਣਾ ਕੇ ਸਕ੍ਰਿਪਟ ਉਹਦੀ ਕ ਖ ਗ ਸੰਸਕ੍ਰਿਤ ਚੋਂ ਲੈ ਕੇ ਉਹਨੂੰ ਹਿੰਦੀ ਜ਼ਬਾਨ ਦੇ ਤੌਰ ਤੇ ਖੜਾ ਕੀਤਾ। ਔਰ ਕਿਵੇਂ ਫਿਰ ਇਸ ਖਿੱਤੇ ਦੇ ਲੋਕਾਂ ਨੇ ਆਪਣੇ ਮਜ਼ਹਬ ਦੇ ਨਾਂ ਥੱਲੇ ਆਪਣੀ ਮਾਂ ਬੋਲੀ ਨਾਲ ਵੀ ਜਿਹੜਾ ਉਹ ਧਰੋ ਕਮਾਉਣਾ ਸ਼ੁਰੂ ਕੀਤਾ। ਕਿਵੇਂ ਜਿਹੜਾ ਉਹ ਪਾਕਿਸਤਾਨ ਬਣਾਉਣ ਦੇ ਲਈ ਜੇ ਕਾਮਨ ਇੱਕ ਲੈਂਗੁਏਜ ਦੀ ਲੋੜ ਸੀ ਤੇ ਉਹ ਉਰਦੂ ਦੇ ਉੱਤੇ ਆ ਕੇ ਖਲੋਤੇ। ਹਾਲਾਂ ਇਹ ਪਾਰਟ ਚੱਲਿਆ ਨਹੀਂ, ਅਸੀਂ ਦੇਖਦੇ ਹਾਂ ਕਿ ਭਾਈ ਪਾਕਿਸਤਾਨ ਕਾਂਸਟੀਟਿਊਐਂਟ ਅਸੈਂਬਲੀ 'ਚ ਬੰਗਾਲੀਆਂ ਨੇ ਮੰਗ ਕੀਤੀ ਕਿ ਜੀ ਬੰਗਲਾ ਸਾਡੀ, ਔਰ ਮੈਜੋਰਟੀ ਪਾਪੂਲੇਸ਼ਨ ਜ਼ਾਹਰ ਹੈ ਬੰਗਾਲੀਆਂ ਦੀ ਸੀ। ਔਰ ਜੇ ਬੇਸ਼ੱਕ ਇੰਡੀਆ ਦੀ ਡਾਇਰੈਕਟ ਇੰਟਰਵੈਂਸ਼ਨ, ਮੁਕਤੀ ਵਾਹਿਨੀ, ਫੌਜ, ਪਰ ਮੈਂ ਜਦੋਂ ਇਸ ਸਾਰਿਆਂ ਨੂੰ ਦੇਖਦਾ ਕਿ ਬੰਗਲਾਦੇਸ਼ ਦੇ ਅੱਡ ਹੋਣ ਦੀ ਜਾਂ ਬੰਗਾਲੀਆਂ ਦੀ ਡਿਸਸੈਟਿਸਫੈਕਸ਼ਨ ਦੀ ਨੀਂਹ ਉਦੋਂ ਹੀ ਰੱਖੀ ਗਈ ਸੀ ਜਦੋਂ ਉਹਨਾਂ ਨੂੰ ਇਹ ਲੱਗਾ ਕਿ ਭਾਈ ਸਾਡੀ ਜ਼ਬਾਨ ਇਗਨੋਰ ਹੋਈ। ਕਿਉਂਕਿ ਜਿਹੜਾ ਪਾਕਿਸਤਾਨ ਬਣਿਆ ਜ਼ਾਹਰ ਹੈ ਉਸ ਦੇ ਵਿੱਚ ਈਸਟ ਬੰਗਾਲ ਔਰ ਪੰਜਾਬ, ਸਿੰਧ, ਖੈਬਰ ਪਖਤੂਨਖਵਾ ਇਹੀ ਸੀ, ਔਰ ਜਿਹੜੀ ਉਰਦੂ ਜ਼ਬਾਨ ਬੋਲਣ ਵਾਲੇ ਸੀ ਉਹ ਤਾਂ ਮੋਸਟਲੀ ਮਹਾਜਰ ਜਿਹਨਾਂ ਲਈ ਕਿਹਾ ਜਾਂਦਾ ਹੈ, ਯੂਪੀ ਬਿਹਾਰ ਤੋਂ ਗਏ, ਉਹ 2-2.5% ਤੋਂ ਜ਼ਿਆਦਾ ਨਹੀਂ ਹੋਣੀ ਅੱਜ ਵੀ ਪਾਪੂਲੇਸ਼ਨ, ਕਰਾਚੀ 'ਚ ਸੈਂਟਰਡ ਨੇ ਜ਼ਿਆਦਾ। ਲੇਕਿਨ ਪੰਜਾਬੀ ਤਾਂ ਚੁੱਪ ਕਰਕੇ ਉਹਨਾਂ ਨੇ ਸਹਿ ਲਿਆ, ਪਤਾ ਨਹੀਂ ਕਿਉਂਕਿ ਉਸ ਤੋਂ ਪਹਿਲਾਂ ਹੀ ਇਸ ਕਿਸਮ ਦਾ ਜਦੋਂ ਤੁਸੀਂ ਜ਼ਬਾਨ ਨੂੰ ਧਰਮ ਦੇ ਨਾਲ ਜੋੜ ਦਿੰਦੇ ਹੋ, ਜਾਂ ਬਹੁਤ ਸਾਰਿਆਂ ਨੂੰ ਗੁਰਮੁਖੀ ਤੋਂ ਹੀ ਐਲਰਜੀ ਸੀ, ਜਿਵੇਂ ਪੰਜਾਬ ਦੇ ਹਿੰਦੂਆਂ ਨੇ ਜਦੋਂ ਇਹ ਕਹਿੰਦੇ ਸੀ ਊੜੀ ਈੜੀ ਨਹੀਂ ਪੜ੍ਹੇਂਗੇ ਔਰ ਆਪਣੀ ਜ਼ਬਾਨ ਤੋਂ ਇਨਕਾਰੀ ਸੀ ਪਹਿਲੀ ਸੈਂਸਸ ਦੇ ਵਿੱਚ ਹੀ। ਇਹ ਦੇਖਣ ਵਾਲੀ ਗੱਲ ਹੈ ਕਿ ਪਾਕਿਸਤਾਨ 'ਚ ਤਾਂ ਉਹਨਾਂ ਨੇ ਕਾਇਦੇ ਆਜ਼ਮ ਨੇ ਆਪਣੇ ਪੀਰੀਅਡ 'ਚ ਹੀ ਡਿਕਲੇਅਰ ਕਰਤਾ ਹੈ ਕਿ ਜੀ ਉਰਦੂ ਜ਼ਬਾਨ ਹੋਏਗੀ। ਬੰਗਾਲੀਆਂ ਨੇ ਵਿਰੋਧ ਕੀਤਾ, ਔਰ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਵੀ 1952 ਦੇ ਵਿੱਚ 21 ਫਰਵਰੀ ਵਾਲੇ ਦਿਨ ਹੀ ਜਿਹੜੀ ਹੈ ਢਾਕਾ ਯੂਨੀਵਰਸਿਟੀ ਦੇ ਸਟੂਡੈਂਟਸ ਉਹਦੇ ਉੱਤੇ ਫਾਇਰਿੰਗ ਹੁੰਦੀ ਹੈ, 5 ਮਾਰੇ ਜਾਂਦੇ ਨੇ, ਔਰ ਉਹਦੇ ਤੋਂ ਹੀ ਇਹ ਇੰਟਰਨੈਸ਼ਨਲ ਜਿਹੜਾ ਉਹ ਮਦਰ ਲੈਂਗੁਏਜ ਡੇ ਵੀ ਈਵਨ ਬੰਗਲਾਦੇਸ਼ ਨੇ ਉਸੇ ਦਿਨ ਤੋਂ ਹੀ ਰੈਕਗਨਾਈਜ਼ ਕਰਵਾਇਆ। ਪਰ ਉਧਰ ਉਹਨਾਂ ਨੇ ਵੀ ਲਹਿੰਦੇ ਪੰਜਾਬ ਵਾਲਿਆਂ ਨੇ ਆਪਣੀ ਜਿਹੜਾ ਪੰਜਾਬੀ ਵੱਲ ਪਿੱਠ ਕਰ ਲਈ। ਇੱਧਰ ਪੰਜਾਬ ਦੇ ਹਿੰਦੂ 1951 ਦੀ ਪਹਿਲੀ ਸੈਂਸਸ ਹੁੰਦੀ ਹੈ ਔਰ ਉਹ ਹਿੰਦੀ ਬੋਲ ਕੇ ਆਪਣੀ ਜਿਹੜਾ ਪੰਜਾਬੀ ਬੋਲ ਕੇ ਆਪਣੀ ਜ਼ਬਾਨ ਹਿੰਦੀ ਲਿਖਵਾਉਂਦੇ ਨੇ ਜੇ, ਔਰ ਉਹਦਾ ਨਤੀਜਾ 1961 'ਚ 10 ਸਾਲ ਬਾਅਦ ਹਿੰਦੂ ਪੰਜਾਬੀ ਮੁੱਕਰ ਹੀ ਜਾਂਦਾ ਹੈ, ਉਹਦਾ ਸਾਰਾ ਕੁਝ ਬਦਲ ਗਿਆ। ਉਹਨੂੰ ਹੁਣ ਕੋਈ ਸਿੱਖ ਦੀ ਲੋੜ ਨਹੀਂ ਹੈ, ਉਹਨਾਂ ਦਾ ਖੌਫ ਜਾਂਦਾ ਰਿਹਾ, ਜੋ ਮੁਸਲਮਾਨਾਂ ਤੋਂ ਡਰਦੇ ਆ ਸਿੱਖਾਂ ਦੇ ਪਿੱਛੇ ਆ ਕੇ ਲੁਕਦੇ ਸੀ, ਉਹ ਵੀ ਲੋੜ ਨਹੀਂ ਰਹੀ। ਔਰ ਉਹਨਾਂ ਨੇ ਤਾਂ ਇਹ ਕਿਹਾ ਜੀ, ਉਹ ਤਾਂ ਇਹ ਕਹਿਣ ਲੱਗ ਗਏ ਕਿ ਜੀ ਇਹ ਸਾਨੂੰ ਸਾਡੇ ਡਿਫੈਂਸ ਦੇ ਲਈ ਬਣੇ ਸੀ ਸਿੱਖ, ਹੁਣ ਲੋੜ ਨਹੀਂ, ਹੁਣ ਸਾਡਾ ਰਾਜ ਆ ਗਿਆ ਔਰ ਹੁਣ ਲੋੜ ਨਹੀਂ ਹੈ। ਇੱਕ ਬੜੀ ਦੁਖਦ ਕਹਾਣੀ ਹੈ ਕਿ ਵੀ ਕਿਵੇਂ ਪੰਜਾਬ ਦੇ ਸਾਡੇ ਹਿੰਦੂ ਭੈਣ ਭਰਾ ਜਿਹੜੇ ਨੇ, ਔਰ ਜਦੋਂ ਅਸੀਂ ਟੁੱਟੇ ਭੱਜੇ ਪੰਜਾਬੀ ਸੂਬੇ ਦੀ ਗੱਲ ਕਰਦੇ ਹਾਂ ਕਿ 1966 'ਚ ਪੰਜਾਬੀ ਬੋਲਦੇ ਇਲਾਕੇ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਚੰਡੀਗੜ੍ਹ ਜਾਂ ਦੂਜੇ, ਇਹਦਾ ਰੀਜ਼ਨ ਵੀ ਇਹੀ ਹੈ ਕਿਉਂਕਿ ਜਦੋਂ 1966 'ਚ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਕਮਿਸ਼ਨ ਬਣਿਆ, ਸ਼ਾਹ ਕਮਿਸ਼ਨ, ਉਹਨੇ 1961 ਦੀ ਮਰਦਮਸ਼ੁਮਾਰੀ ਜਿਹੜੀ ਹੈ ਉਹ ਕੱਢ ਲਈ। ਜਿਵੇਂ ਜਦੋਂ ਪਾਕਿਸਤਾਨ ਬਣਦਾ ਹੈ, ਇੰਡੀਆ ਪਾਕਿਸਤਾਨ ਡਿਵੀਜ਼ਨ, ਜਿਹੜਾ ਰੈੱਡ ਕਲਿਫ ਹੈ ਉਹ ਤਾਂ ਕਦੇ ਆਇਆ ਵੀ ਨਹੀਂ ਸੀ ਇੰਡੀਆ, ਉਹਨੇ 1941 ਦੀ ਸੈਂਸਸ ਕੱਢ ਲਈ ਕਿ ਭਾਈ ਕਿੱਥੇ ਕੀ ਹੈ ਇਹ ਨਹੀਂ ਦੇਖਿਆ, ਪਾਣੀ ਕਿੱਥੇ ਹੈ, ਕਿਹਦਾ ਕੀ ਕਿੱਧਰ ਰਹਿ ਗਿਆ। ਉਹਨੇ ਲੀਕ ਮਾਰੀ 6 ਹਫ਼ਤੇ ਦਾ ਕਿ ਕਿੰਨਾ ਉਹਦੇ ਕੋਲ ਟਾਈਮ ਸੀ, ਉਹ ਨਿਕਲਿਆ ਔਰ ਬਾਅਦ ਨਾ ਮੁੜ ਕੇ ਕਦੇ ਆਇਆ, ਔਰ ਉਹ ਖੂਨ ਖਰਾਬੇ
ਦੇ ਲਈ ਵੱਡਾ ਜਿਹੜਾ ਜ਼ਿੰਮੇਵਾਰੀ ਅੰਗਰੇਜ਼ ਕੌਮ ਦੀ ਬਣਦੀ ਹੈ ਕਿ ਉਹਨਾਂ ਨੇ ਕਿਵੇਂ ਇਹਨੂੰ ਹੈਂਡਲ ਕੀਤਾ। ਲੇਕਿਨ ਇੱਧਰ ਵੀ ਸ਼ਾਹ ਕਮਿਸ਼ਨ ਨੇ ਬਿਲਕੁਲ, ਔਰ ਦੋਨੋਂ ਹੀ ਮਰਦਮਸ਼ੁਮਾਰੀ 1961 ਨੂੰ ਆਧਾਰ ਬਣਾਇਆ ਗਿਆ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਲਈ, ਔਰ 1961 ਦੀ ਬਿਲਕੁਲ ਫਿਰਕੂ ਲਾਈਨ ਦੇ ਉੱਤੇ ਜਿਹੜੀ ਸੀ, ਜਿੱਥੇ ਸਿੱਖਾਂ ਨੇ ਤਾਂ ਨਹੀਂ ਆਪਣੀ ਮਾਂ ਬੋਲੀ ਛੱਡਣੀ ਸੀ, ਨਾ ਹੀ ਛੱਡੀ ਹੈ, ਨਾ ਹੀ ਕਦੇ ਛੱਡਣਗੇ, ਕਿਉਂਕਿ ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਹੈ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ, ਉਹਨੇ ਗੁਰਮੁਖੀ ਪੜ੍ਹਨੀ ਹੈ। ਜਦੋਂ ਤੱਕ ਗੁਰਮੁਖੀ ਜਿਹੜੀ ਪੰਜਾਬੀ ਦੀ ਆਪਣੀ ਸਕ੍ਰਿਪਟ ਹੈ ਉਹ ਹੈ, ਪੰਜਾਬੀ ਬੋਲੀ ਵੀ ਕਾਇਮ ਹੈ। ਠੀਕ ਹੈ ਵੀ ਕਮਜ਼ੋਰੀਆਂ, ਜਾਂ ਅਸੀਂ ਬਹੁਤ ਵਾਰ ਜਿੱਥੇ ਜਾਂਦੇ ਹਾਂ ਉੱਥੇ ਉਹਨਾਂ ਦੀ ਬੋਲੀ ਦੇ ਨੂੰ ਜਿਹੜਾ ਉਹ ਅਡਾਪਟ ਕਰ, ਪਰ ਇਹਦੇ ਬਾਵਜੂਦ ਇਹ ਜੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਇਕੱਲਾ ਇਹੀ ਨਹੀਂ ਕਿ ਹਿੰਦੂ ਮੁਨਕਰ ਹੋਇਆ, ਸਿੱਖ ਨੇ ਕਿਵੇਂ 1950 ਤੋਂ ਹੀ ਜਿਹੜੀ ਸਟਰਗਲ ਸ਼ੁਰੂ ਹੋ ਜਾਂਦੀ ਹੈ, 16-17 ਸਾਲ ਸਟਰਗਲ ਕੀਤੀ ਪੰਜਾਬੀ ਸੂਬਾ ਬਣਾਉਣ ਦੇ ਲਈ। 60,000 ਤੋਂ ਜ਼ਿਆਦਾ ਸਿੱਖ ਜੇਲ੍ਹਾਂ 'ਚ ਗਏ, ਦਰਜਨਾਂ ਸ਼ਹੀਦ ਹੋਏ, ਕਿੰਨਿਆਂ ਦੀਆਂ ਪ੍ਰਾਪਰਟੀਆਂ ਕੁਰਕ ਹੋਈਆਂ। ਔਰ ਜਿਵੇਂ ਅੱਜ ਜਦੋਂ ਅਸੀਂ ਹੁਣ ਤਾਂ ਅਸੀਂ ਖੁੱਲ੍ਹ ਕੇ ਕਹਿੰਦੇ ਹੀ ਹਾਂ ਜੀ ਖਾਲਿਸਤਾਨ ਜ਼ਿੰਦਾਬਾਦ, ਅਸੀਂ ਅੱਡ ਹੋਣਾ, ਇਹਨਾਂ ਦੇ ਨਾਲ ਨਹੀਂ ਰਹਿਣਾ। ਉਦੋਂ ਜਦੋਂ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬੇ ਦੀ ਮੰਗ ਹੁੰਦੀ ਸੀ ਤੇ ਅੱਗੋਂ ਜਵਾਬ ਮਿਲਦਾ ਸੀ ਇਹ ਤੋਂ ਗੰਵਾਰੋਂ ਕੀ ਭਾਸ਼ਾ ਹੈ। ਇੱਕ ਸਟੇਜ ਤੇ ਪੰਜਾਬ ਦਾ ਆਰੀਆ ਸਮਾਜੀ ਹਿੰਦੂ ਇਹ ਕਹਿਣ ਲੱਗ ਗਿਆ ਠੀਕ ਹੈ ਜੀ ਬੋਲੀ ਅਸੀਂ ਮੰਨ ਲੈਨੇ, ਪਰ ਇਹਨੂੰ ਤੁਸੀਂ ਹਿੰਦੀ ਸਕ੍ਰਿਪਟ ਦੇ ਵਿੱਚ ਲਿਖੋ, ਦੇਵਨਾਗਰੀ ਦੇ ਵਿੱਚ ਲਿਖੋ, ਇਸ ਨੂੰ ਜਿਹੜਾ ਉਹ ਗੁਰਮੁਖੀ ਨਹੀਂ। ਹੁਣ ਇਸ ਸਭ ਦੇ ਬਾਵਜੂਦ ਸਾਡੀ ਸਟਰਗਲ ਜਿਸ ਲੈਵਲ ਤੱਕ ਅਸੀਂ ਲੜੇ, ਸਿੱਖ ਖਲੋਤੇ ਮਾਂ ਬੋਲੀ ਪੰਜਾਬੀ ਦੇ ਲਈ, ਔਰ ਨਤੀਜੇ ਦੇ ਤੌਰ ਤੇ ਅੱਜ ਪੰਜਾਬੀ ਸੂਬਾ ਵਜੂਦ ਦੇ ਵਿੱਚ ਜਿਹੜਾ 1 ਨਵੰਬਰ 1966 ਨੂੰ ਆਉਂਦਾ ਹੈ। ਹਾਲਾਂ ਇਹ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਕਿਵੇਂ ਈਵਨ ਉਸ ਸੂਬੇ 'ਚ ਵੀ ਪੰਜਾਬੀ ਨੂੰ ਸਟੇਟ ਲੈਂਗੁਏਜ ਬਣਾਉਣ ਦੇ ਲਈ ਫਿਰ ਦੂਜੀ ਲੜਾਈ ਲੜਨੀ ਪਈ, ਕਿਉਂਕਿ ਜਿਹੜੇ ਸਾਰੇ ਆਰੀਆ ਸਮਾਜੀਆਂ ਦੇ ਡੀਏਵੀ ਕਾਲਜ ਸੀ ਅੰਮ੍ਰਿਤਸਰ ਜਲੰਧਰ ਜ਼ਿਲ੍ਹਿਆਂ ਦੇ, ਉਹਨਾਂ ਨੇ ਕਿਹਾ ਜੀ ਸਾਡੇ ਪ੍ਰਾਈਵੇਟ ਕਾਲਜ ਨੇ ਔਰ ਦੂਸਰੇ ਅਸੀਂ ਪੰਜਾਬੀ ਨਹੀਂ ਹੋਣ ਦੇਣੀ। ਉਹ ਵੀ ਜਾ ਕੇ ਅਦਾਲਤਾਂ 'ਚੋਂ ਹੀ ਫੈਸਲਾ ਹੋਇਆ, ਔਰ ਲਛਮਣ ਸਿੰਘ ਗਿੱਲ ਜਿਹਦੀ ਹਕੂਮਤ ਭਾਵੇਂ 18 ਮਹੀਨੇ ਦੀ ਰਹੀ ਪੰਜਾਬ ਦੇ ਵਿੱਚ, ਇਹ ਕ੍ਰੈਡਿਟ ਉਹਨੂੰ ਜਾਂਦਾ ਹੈ ਕਿ ਇਹ ਜਿਹੜਾ ਮਾਂ ਬੋਲੀ ਸਰਕਾਰੀ ਜ਼ਬਾਨ ਬਣਾਉਣ ਦਾ ਬਿੱਲ ਹੈ ਉਹ ਲਛਮਣ ਸਿੰਘ ਗਿੱਲ ਦੀ ਹਕੂਮਤ ਦੇ ਵੇਲੇ ਹੀ ਪਾਸ ਹੋਇਆ, ਔਰ ਪੰਜਾਬੀ ਜਿਹੜੀ ਹੈ ਉਹ ਕਿੰਨੀ ਅੱਜ ਇੰਪਲੀਮੈਂਟ ਹੈ। ਪਰ ਇੰਨਾ ਜ਼ਰੂਰ ਹੈ ਕਿ ਜਦੋਂ ਵੀ ਕੋਈ ਪੰਜਾਬੀ ਪਿਆਰੇ ਉੱਠਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਹਿੰਦੀ ਨੂੰ ਡੋਮੀਨੇਟ ਕਰਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਹੜੀ ਉਹ ਕਰ ਰਹੇ ਨੇ। ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਜਿਹੜਾ ਉਹ ਇਸ ਵੇਲੇ ਇੱਕ ਹਿੰਦੀ ਹਿੰਦੁਸਤਾਨ ਦੇ ਥੱਲੇ ਰੀਜਨਲ ਲੈਂਗੁਏਜਸ ਨੂੰ ਸੁਪਰੈਸ ਕੀਤਾ ਜਾ ਰਿਹਾ, ਜਿਹਦੇ 'ਚ ਪੰਜਾਬੀ ਵੀ ਉਹਦਾ ਹਿੱਸਾ ਹੈ। ਸੋ ਇਹ ਲੜਾਈ ਸਿੱਖਾਂ ਨੇ ਲੜੀ, ਔਰ ਪੰਜਾਬੀ ਦਾ ਹਾਲ ਕੀ ਹੈ ਇਹ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਿਵੇਂ ਮੈਂ ਕਿਹਾ ਕਿ ਬਾਬੂ ਫਿਰੋਜ਼ਦੀਨ ਸ਼ਰਫ ਜਿਨ੍ਹਾਂ ਦਾ ਮੈਂ ਨਜ਼ਮ ਸ਼ੇਅਰ ਵੀ ਕਰਾਂਗਾ, ਰਜ਼ਬ ਅਲੀ ਜਿਹੜੇ ਸਾਡੇ ਪ੍ਰੀ-47 ਪੰਜਾਬ ਦੇ ਸ਼ਾਇਰ ਨੇ। ਤੇ ਜੇ ਅਦਰਵਾਈਜ਼ ਤੁਸੀਂ ਪੰਜਾਬੀ ਦਾ ਵਿਰਸਾ ਦੇਖਣਾ ਫਿਰ ਉਹ ਬਾਬਾ ਬੁੱਲੇ ਸ਼ਾਹ ਹੈ, ਉਹ ਜੇ ਵਾਰਿਸ ਸ਼ਾਹ ਦੀ ਹੀਰ ਤੋਂ ਬਿਨਾ ਪੰਜਾਬੀ ਜ਼ਬਾਨ ਦੀ ਕਿਵੇਂ ਗੱਲ ਹੋਏਗੀ। ਉਹ ਈਵਨ ਸੁਲਤਾਨ ਬਾਹੂ ਹੈ, ਉਹ ਸ਼ਾਹ ਹੁਸੈਨ ਹੈ, ਔਰ ਉਸ ਸਾਰੇ ਦੇ ਤੁਰਦਿਆਂ ਬਾਬਾ ਫਰੀਦ ਤੋਂ ਸ਼ੁਰੂ ਹੁੰਦਾ ਹੈ। 10 ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਜਿਹੜਾ ਇਸ ਨੂੰ ਹੀ ਪ੍ਰਚਾਰ ਦਾ ਆਧਾਰ ਬਣਾਇਆ। 6 ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਅਸੀਂ ਉਸ ਜ਼ਬਾਨ ਨੂੰ ਦੇਖਦੇ, ਔਰ ਸਿੱਖ ਕੌਮ ਪੰਜਾਬੀ ਮਾਂ ਬੋਲੀ ਦੀ ਇਕੱਲੀ ਹਾਫਿਜ਼ ਹੀ ਨਹੀਂ ਬਣੀ, ਵਾਰੀਅਰ ਵੀ ਬਣੀ, ਔਰ ਉਹਨਾਂ ਨੇ ਉਸ ਇੱਕ ਪੰਜਾਬ ਦੇ ਜਿਹੜਾ 2.5 ਦਰਿਆਵਾਂ ਦੀ ਧਰਤੀ ਦੇ ਉੱਤੇ ਉਹਨੂੰ ਕਿਤੇ ਜਿਹੜਾ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕੀਤੀ। ਅੱਜ ਦੁਨੀਆ ਭਰ ਦੇ ਵਿੱਚ ਗਲੋਬਲੀ ਕਰੋੜਾਂ ਦੀ ਗਿਣਤੀ 'ਚ ਪੰਜਾਬੀ ਨੇ, ਔਰ ਸ਼ਾਇਦ ਦੁਨੀਆ 'ਚ ਬੋਲੀਆਂ ਜਾਣ ਵਾਲੀਆਂ ਜ਼ਬਾਨਾਂ 'ਚ 9ਵੇਂ-10ਵੇਂ ਨੰਬਰ ਤੇ ਪੰਜਾਬੀ ਹੋਏ। ਪਰ ਕਿਵੇਂ ਜਿਹੜਾ ਔਰ ਇਹਦੇ ਲਈ ਈਵਨ ਕੈਨੇਡਾ ਔਰ ਆਸਟ੍ਰੇਲੀਆ ਔਰ ਦੂਜੇ ਉੱਥੇ ਵੀ ਪੰਜਾਬੀ ਮਾਂ ਬੋਲੀ ਨੂੰ ਰੈਕਗਨਾਈਜ਼ ਕਰਵਾਇਆ ਗਿਆ। ਪਰ ਜਿਹੜੀ ਹਾਲਤ ਓਵਰਆਲ ਇੰਨੇ ਵੱਡੇ ਖਿੱਤੇ ਦੀ ਬੋਲੀ ਅੱਜ ਵੀ ਰੂਲੀਆਂ ਵਾਂਗ ਹੈ, ਰੋਲੀ ਹੋਈ ਹੈ। ਇਸ ਦੇ ਉੱਤੇ ਹੀ ਜਿਹੜਾ ਉਹ ਬਾਬੂ ਫਿਰੋਜ਼ਦੀਨ ਸ਼ਰਫ ਨੇ ਕਿਹਾ ਸੀ, ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ, ਟੁੱਟੀ ਹੋਈ ਸਤਾਰ ਰਬਾਬੀਆਂ ਦੀ, ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਹੁਣ ਇਹਦੇ 'ਚ ਪੇਨ ਵੀ ਹੈ,
ਇਸ ਦੇ ਵਿੱਚ ਤਨਜ਼ ਵੀ ਹੈ, ਸ਼ਿਕਵਾ ਵੀ ਹੈ, ਕਿਉਂਕਿ ਖੁਦ ਹਿੱਕ ਥਾਪੜ ਕੇ ਬਾਬੂ ਫਿਰੋਜ਼ਦੀਨ ਸ਼ਰਫ ਕਹਿੰਦੇ ਨੇ, ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ, ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ, ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਕ ਮੁੱਢੋਂ ਮੈਂ ਇਸੇ ਉਮੰਗ ਦਾ ਹਾਂ, ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ, ਰਵਾਂ ਇੱਥੇ ਤੇ ਯੂਪੀ 'ਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ, ਮੈਂ ਪੰਜਾਬੀ, ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ। ਵੈਰੀ ਨਾਈਸ। ਹੁਣ ਕੱਲਾ ਇਹੀ ਨਹੀਂ, ਜਦੋਂ ਅਸੀਂ ਹਬੀਬ ਜ਼ਾਲਬ ਦੀ ਗੱਲ ਕਰਦੇ ਹਾਂ ਤੇ ਉਰਦੂ ਦੇ ਬਹੁਤ ਵੱਡੇ ਸ਼ਾਇਰ, ਰੈਵੋਲੂਸ਼ਨਰੀ ਸ਼ਾਇਰ, ਡਿਸਟ੍ਰਿਕਟ ਹੁਸ਼ਿਆਰਪੁਰ ਨਾਲ ਉਹਨਾਂ ਦਾ ਸੰਬੰਧ ਸੀ, ਔਰ ਉਹਨਾਂ ਦੇ ਜਦੋਂ ਉਹਨਾਂ ਨੇ ਵੇਲੇ ਦੇ ਹਾਕਮਾਂ ਅਯੂਬ ਖਾਂ ਹੋਏ, ਭੁੱਟੋ ਹੋਏ, ਜ਼ਿਆਉਲ ਹੱਕ ਹੋਏ, ਸਾਰਿਆਂ ਨੂੰ ਚੈਲੰਜ ਕੀਤਾ, ਤਾਂ ਉਹਨਾਂ ਦਾ ਇੱਕ ਉਰਦੂ ਕਪਲੇਟ ਅੱਜ ਵੀ ਕੋਟ ਕਰਨ ਲੱਗਿਆ ਕੋਟ ਕੀਤਾ ਜਾਂਦਾ ਹਰ ਥਾਂ ਦੇ। ਜਿਵੇਂ ਉਹਨਾਂ ਨੇ ਇੱਕ ਜਿਹੜਾ ਮਿਲਟਰੀ ਡਿਕਟੇਟਰ ਸ਼ਾਇਦ ਜ਼ਿਆਉਲ ਹੱਕ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਜਾਂ ਅਯੂਬ ਖਾਨ ਦੀ ਪ੍ਰੈਜ਼ੈਂਸ 'ਚ ਸ਼ੇਅਰ ਕਿਹਾ ਸੀ, ਕਿਉਂਕਿ ਜ਼ਾਹਰ ਹੈ ਜਦੋਂ ਫੌਜੀ ਹਾਕਮ ਆਏ, ਮਾਰਸ਼ਲ ਲਾ ਲੱਗੇ, ਜ਼ੁਲਮ ਹੋਏ, ਉਹਨਾਂ ਨੇ ਕਿਹਾ ਸੀ ਕਿ ਵੀ ਤੁਮਸੇ ਪਹਿਲੇ ਵੀ ਇੱਕ ਸ਼ਖਸ ਜੋ यहाँ तख्ते नशीं था, उसको भी अपने खुदा होने का इतना ही यकीन था कि तेरे तो पहला भी जड़ा, और ज़ाहिर है अयूब खान वाल इशारा होएगा, ज़ियाउल हक दे पीरियड दा होएगा कि तुमसे पहले भी एक शख्स जो यहाँ तख्ते नशीं था, उसको भी अपने खुदा होने का इतना ही यकीन था। पर मैं जदों अज रिसर्च कर रहा सी ते उन्हां दियां पंजाबी ज़बान दे विच लिखियां कवितावां, और ख़ास तौर ते जिहड़ी उन्हां ने अपने ही पंजाबियां नूं जिहड़ा वो गिला कीता है, माँ बोली, ये टाइटल है हबीब ज़ालिब दी, ये नज़म है। पुत्रा तेरी चादर लाई, होर किसे दा दोष ना माई। हुण इक्को ही लाइन जिहड़ी है वो अंदर तक तकलीफ देनी चाहिए हर पंजाबी नूं। पुत्रा तेरी चादर लाही, होर किसे दा दोष ना माई, गैरां क्रोध दी ओ अग बाली, सीने हो गए प्यार तो खाली, पुत्रा नूं तू लगे गाली, तैनू बोलण तो शर्मावण, गैरां ऐसी वाह वगाई, पुत्रा तेरी चादर लाई। इन्हां कोल ज़मीनां भी ने, इन्हां हथ संगीना भी ने, दौलत बैंक मशीनां भी ने, ना ए तेरे ना ए मेरे, ए लोकी यूसुफ दे भाई, पुत्रा तेरी चादर लाई, होर किसे दा दोष ना माई। क्योंकि यूसुफ ये इस्लामिक हिस्टरी च है कि जिहदे 10 मतरे भरा सी ते उन्होंने यूसुफ नूं जिहड़ा ईरखा वस हो के बहुत तसीहे दिते सी। और हालां यूसुफ खूबसूरती दे लई भी जदों कहा जाता है कि बई तू किहड़ा यूसुफ है, सो उन्हां कहा कि इन्हां कोल ज़मीनां भी ने, इन्हां हथ संगीना भी ने, दौलत बैंक मशीनां भी ने, ना ए तेरे ना ए मेरे, ए लोकी यूसुफ दे भाई, पुत्रा तेरी चादर लाई, होर किसे दा दोष ना माई। और इसे तरह मैं जिहड़े पंजाबी दे उस्ताद शायर दामन, क्योंकि उन्होंने पंजाबी दे विच ही रचना की, और उन्हां दियां अज भी जदों उन्हां दा पिछले दिनों च एक वीडियो ब्लॉग हुंदा है लम्मे बालों वाला, बड़ा लर्नड बंदा लाहौर ते करदा, तो उन्हें छोटी जी थां उस्ताद दामन जिथे बैठ के उन्होंने पोइट्री ठोस ठेस पंजाबी दे विच ठोस गल्लां दे नाल भरपूर, और उहदे च उस्ताद दामन कहंदे ने, मैनू कईयां ने आख्या कई वारी, तू लैना पंजाबी दा नां छड्ड दे, गोदी जिहदे च पल के जवान होयों, ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ, ਜੇ ਪੰਜਾਬੀ ਪੰਜਾਬੀ ਕੂਕਣਾ ਹੀ ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ, ਮੈਨੂੰ ਇੰਜ ਲੱਗਦਾ ਲੋਕ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ। ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ, ਉਰਦੂ ਵਿੱਚ ਕਿਤਾਬਾਂ ਦੇ ਠਣਦੀ ਰਹੇਗੀ,
ਇਹਦਾ ਪੁੱਤ ਹਾਂ, ਇਹਦੇ ਤੋਂ ਦੁੱਧ ਮੰਗਣਾ, ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ। ਇਹਦੇ ਲੱਖ ਹਰਫ ਪੈ ਹੋਣ ਪੈਦਾ, ਦਿਨ ਬ ਦਿਨ ਇਹਦੀ ਸ਼ਕਲ ਬਣਦੀ ਰਹੇਗੀ। ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ, ਜਦੋਂ ਤੀਕ ਪੰਜਾਬਣ ਕੋਈ ਜਾਣਦੀ ਰਹੇਗੀ। ਕਿ ਜਦੋਂ ਤੱਕ ਪੰਜਾਬਣ ਮਾਂ ਬੱਚੇ ਜਾਣਦੀ ਹੈ, ਉਦੋਂ ਤੱਕ ਪੰਜਾਬੀ ਨਹੀਂ ਮਰਦੀ। ਸੋ ਨਾਈਸ। ਜਦੋਂ ਕਦੇ ਪੰਜਾਬ ਦੀ ਗੱਲ ਕਰਨਾ, ਜਦੋਂ ਕਦੇ ਪੰਜਾਬੀ ਦੀ ਗੱਲ ਕਰਾਂ, ਫਾਂ ਫਾਂ ਕਰਦਾ, ਫੂੰ ਫੂੰ ਆਉਂਦਾ, ਤੂੰ ਪੰਜਾਬੀ ਪੰਜਾਬੀ ਕੀ ਲਾਈ ਹੋਈ ਏ, ਚਾਂ ਚਾਂ ਕਰਦਾ, ਚੂੰ ਚੂੰ ਆਉਂਦਾ। ਜਿਹੜੇ ਵਿਰੋਧ ਕਰਨ, ਉਹ ਬੋਲਦਾ ਬੋਲਦਾ ਟੁਰੀ ਜਾਂਦਾ, ਖੌਰੇ ਮੇਰੇ ਬੁੱਲਾਂ ਨੂੰ ਸਿਉਂ ਆਉਂਦਾ। ਇਹ ਗੱਲ ਹੈ ਮਾਂ ਤੇ ਪੁੱਤਰਾਂ ਦੀ, ਕੋਈ ਤੀਸਰਾ ਇਹਦੇ ਵਿੱਚ ਕਿਉਂ ਆਉਂਦਾ? ਇਹ ਮਾਂ ਤੇ ਪੁੱਤਰ ਦਾ ਹੈ। ਔਰ ਉਹਦੇ 'ਚ ਉਹਨਾਂ ਨੇ ਫਿਰ ਇਹ ਵੀ ਕਿਹਾ ਕਿ ਭਾਈ ਉਰਦੂ ਦਾ ਮੈਂ ਦੋਖੀ ਨਹੀਂ। ਔਰ ਅਸੀਂ ਵੀ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਹਰ ਜ਼ੁਬਾਨ ਦੀ ਖੂਬਸੂਰਤੀ ਹੈ, ਮਿਠਾਸ ਹੈ। ਆਪਣੀ ਮਾਂ ਨੂੰ ਪਿਆਰ ਕਰਨ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਦੂਸਰਿਆਂ ਦੀ ਮਾਵਾਂ ਦਾ ਨਿਰਾਦਰ ਕਰੋ। ਰਾਦਰ ਦੂਸਰੀਆਂ ਦੀਆਂ ਮਾਵਾਂ ਦਾ ਆਦਰ, ਸਤਿਕਾਰ, ਮਾਣ, ਇੱਜ਼ਤ ਉਹੀ ਕਰ ਸਕਦਾ ਜਿਹੜਾ ਆਪਣੀ ਮਾਂ ਦੀ ਇੱਜ਼ਤ ਕਰਦਾ। ਜਿਹੜੇ ਮਾਂ ਬੋਲੀ ਦੇ ਭਗੌੜੇ ਨੇ ਉਹ ਹਰ ਇੱਕ ਦੇ, ਉਹ ਕਿਸੇ ਦੇ ਵੀ ਨਹੀਂ ਨੇ। ਔਰ ਇਹੀ ਗੱਲ ਉਹਨਾਂ ਨੇ ਕਿਹਾ, ਉਰਦੂ ਦਾ ਮੈਂ ਦੋਖੀ ਨਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ, ਪੁੱਛਦੇ ਹੋ ਮੇਰੇ ਦਿਲ ਦੀ ਬੋਲੀ, ਹਾਂਜੀ ਹਾਂ ਪੰਜਾਬੀ ਏ, ਹਾਂਜੀ ਹਾਂ ਪੰਜਾਬੀ ਏ। ਬੁੱਲਾ ਮਿਲਿਆ ਇਸੇ ਵਿੱਚੋਂ ਵਾਰਸ ਵੀ, ਧਾਰਾਂ ਮਿਲੀਆਂ ਇਸੇ ਵਿੱਚੋਂ, ਮੇਰੀ ਮਾਂ ਪੰਜਾਬੀ ਏ, ਹਾਂਜੀ ਹਾਂ ਪੰਜਾਬੀ ਏ। ਇਹਦੇ ਬੋਲ ਕੰਨਾਂ ਵਿੱਚ ਪੈਂਦੇ, ਦਿਲ ਮੇਰੇ ਦੇ ਵਿੱਚ ਨੇ ਰਹਿੰਦੇ, ਤਪਦੀਆਂ ਹੋਈਆਂ ਰੇਤਾਂ ਉੱਤੇ ਇੱਕ ਠੰਡੀ ਛਾਂ, ਪੰਜਾਬੀ ਏ, ਹਾਂਜੀ ਹਾਂ ਪੰਜਾਬੀ ਏ। ਇਹਦੇ ਦੁੱਧਾਂ ਦੇ ਵਿੱਚ ਮੱਖਣੀ, ਮੱਖਣਾ ਵਿੱਚ ਘਿਓ ਦੀ ਚਖਣੀ, ਡੱਬ ਖੜੱਬੀ ਦੁੱਧੜ ਜਿਹੀ ਇੱਕ ਸਾਡੀ ਗਾਂ, ਪੰਜਾਬੀ ਏ, ਹਾਂਜੀ ਹਾਂ ਪੰਜਾਬੀ ਏ। ਔਰ ਇਹ ਸਾਰੀ ਉਹਨਾਂ ਦੀ ਜਿਹੜੀ ਇਹ ਨਜ਼ਮ ਹੈ, ਕਾਫੀ ਹੋਰ ਵੀ ਉਹਨਾਂ ਨੇ ਕਈ, ਪਰ ਮੈਂ ਕਲੋਜ਼ ਕਰਦਾ ਕਿ ਜਿੱਥੇ ਪੰਜਾਬ ਦੀ ਵੰਡ 47 ਨੇ ਇੱਕ ਵੱਡੇ ਖੂਨ ਖਰਾਬੇ ਨੂੰ ਜਨਮ ਦਿੱਤਾ, ਲੱਖਾਂ ਮਾਰੇ ਗਏ, ਲੱਖਾਂ ਬੱਚੀਆਂ ਦੀ ਪੱਤ ਲੁੱਟੀ ਗਈ। ਔਰ ਜਿਸ ਦੇ ਉੱਤੇ ਅੰਮ੍ਰਿਤਾ ਪ੍ਰੀਤਮ ਨੇ ਜਦੋਂ ਵਾਰਿਸ ਸ਼ਾਹ ਨੂੰ ਇਹ ਜਿਹੜਾ ਉਸ ਦੀ ਕਬਰ ਦੇ ਉੱਤੇ ਹੀ ਫਰਿਆਦ ਕੀਤੀ ਕਿ ਇੱਕ ਰੋਈ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿ ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵਹਿਣ, ਅੱਜ ਲੱਖਾਂ ਧੀਆਂ ਰੋਂਦੀਆਂ ਪਈਆਂ। ਵਾਰਿਸ ਸ਼ਾਹ ਨੂੰ ਕਹਿਣ, ਉਹ ਦਰਦਮੰਦਾਂ ਦੇ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਹੁਣ ਇਹ ਸਾਰੇ ਦਰਦ ਨੂੰ, ਔਰ ਜਦੋਂ ਉਸਤਾਦ ਦਾਮਨ 4 ਲਾਈਨਾਂ ਦੇ ਵਿੱਚ ਉਸ ਪੀੜ ਨੂੰ, ਉਹਨੇ ਸਾਨੂੰ ਤਾਂ ਵੰਡਿਆ ਹੀ ਵੰਡਿਆ, ਖੂਨ ਖਰਾਬਾ ਵੀ ਅਸੀਂ ਇੱਕ ਦੂਜੇ ਦੇ ਗਾਟੇ ਲਾਏ, ਪਰ ਉਹਨੇ ਪੰਜਾਬੀ ਜ਼ਬਾਨ ਦਾ ਵੀ ਜੋ ਹਸ਼ਰ ਕੀਤਾ। ਮਾਂ ਵੀ ਇੱਕ ਪਾਸੇ ਇੱਕ ਇਨਕਾਰੀ ਹੋ ਗਏ, ਦੂਜੇ ਪਾਸੇ ਦੂਸਰੇ ਇਨਕਾਰੀ ਹੋ ਗਏ। ਔਰ ਉਹਦੇ ਤੇ ਉਹਨਾਂ ਨੇ ਕਿਹਾ ਕਿ ਇਸ ਮੁਲਕ ਦੀ ਵੰਡ ਕੋਲੋਂ ਯਾਰੋ, ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ, ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚੀ, ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਹੋ, ਹੋਏ ਅਸੀਂ ਵੀ ਹਾਂ। ਕੁਝ ਉਮੀਦ ਏ ਜ਼ਿੰਦਗੀ ਮਿਲ ਜਾਏਗੀ, ਮੋਏ ਤੁਸੀਂ ਵੀ ਹੋ, ਮੋਏ ਅਸੀਂ ਵੀ ਹਾਂ। ਜਿਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਹੋ, ਢੋਏ ਅਸੀਂ ਵੀ ਹਾਂ। ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ। ਇਹ ਹੁਣ ਪ੍ਰਾਈਮ ਲਾਈਨਾਂ ਨੇ ਦੋ ਜਿਹੜੀਆਂ ਧੂ ਪਾ ਦਿੰਦੀਆਂ ਨੇ। ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਔਰ ਅੱਜ ਜਦੋਂ ਅਸੀਂ ਕੌਮਾਂਤਰੀ ਪੰਜਾਬੀ ਮਾਂ ਬੋਲੀ ਦਿਵਸ ਕਰ ਰਹੇ ਹਾਂ, ਔਰ ਮੈਂ ਇਸ ਪ੍ਰੋਗਰਾਮ ਨੂੰ ਉਸਤਾਦ ਦਾਮਨ ਦੇ ਨਾਂ ਕਰਦੇ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।